ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ ਅਜੇ ਵੀ ਲਾਗੂ ਟਰੈਵਲ ਹਦਾਇਤਾਂ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਲਈ ਲਿਬਰਲ ਸਰਕਾਰ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਨੇ ਬਣਾਇਆ ਦਬਾਅ। ਦੱਸਾਂਗੇ ਕੀ ਨੇ ਮੰਗਾਂ। ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਅੱਗੇ ਵੱਡੀ ਰੈਲੀ। ਫੈਮਿਲੀ ਡਾਕਟਰ ਤੇ ਸਿਹਤ ਸਹੂਲਤਾਂ ਪੂਰੀਆਂ ਨਾ ਮਿਲਣ ਦੇ ਉੱਤੇ ਸ਼ਿਕਾਇਤਾਂ। ਰਾਜਧਾਨੀ ਵਿੱਚ ਵੱਧ ਹੋਣ ਜਾ ਰਹੇ ਨੇ ਟੈਕਸੀ ਦੇ ਕਿਰਾਏ। ਸਕੂਲ ਦੇ ਬਾਹਰ ਨੌਜਵਾਨ ਤੇ ਗੋਲੀਆਂ ਚਲਾਉਣ ਦਾ ਮਾਮਲਾ। 17 ਸਾਲ ਦਾ ਇੱਕ ਨੌਜਵਾਨ ਗ੍ਰਿਫਤਾਰ ਤੇ 2 ਹੋਰ ਦੀ ਭਾਲ। ਪੰਜਾਬੀ ਵਿਅਕਤੀ ਹੋਇਆ ਗੱਡੀ ਲੁੱਟ ਕੇ ਫਰਾਰ ਤਾਂ ਪੁਲਿਸ ਨੇ ਕੁਝ ਦੇਰ ਦੇ ਵਿੱਚ ਹੀ 30 ਸਾਲ ਦੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਦੱਸਾਂਗੇ ਕੀ ਹੈ ਪੂਰਾ ਮਾਮਲਾ। ਕੈਨੇਡਾ ਦੇ ਟੋਰਾਂਟੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਯਾਤਰੀਆਂ ਦੀ ਖੱਜਲ ਖੁਆਰੀ ਜਾਰੀ ਤਾਂ ਸਮਾਂ ਬਚਾਉਣ ਦੇ ਲਈ ਆਖਿਰ ਕਿਹੜੇ ਕਦਮ ਚੁੱਕ ਰਹੇ ਨੇ ਯਾਤਰੀ। ਖਬਰਾਂ ਦੇ ਵਿੱਚ ਇਹ ਵੀ ਤੁਹਾਨੂੰ ਦੱਸਾਂਗੇ। ਸਰਵਿਸ ਕੈਨੇਡਾ ਨੇ ਪਾਸਪੋਰਟ ਸਰਵਿਸ ਨੂੰ ਤੇਜ਼ ਕਰਨ ਵਾਸਤੇ ਕਿਹੜੇ ਕਦਮ ਨਵੇਂ ਚੁੱਕੇ ਨੇ, ਇਸ ਦੇ ਬਾਰੇ ਜਾਣਕਾਰੀ ਅੱਜ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਕੈਨੇਡਾ ਭਰ ਵਿੱਚ ਟਰੈਵਲ ਹਦਾਇਤਾਂ ਹਜੇ ਵੀ ਲਾਗੂ ਨੇ। ਜਿਵੇਂ ਕਿ ਜੋ ਇੰਟਰਨੈਸ਼ਨਲ ਟਰੈਵਲ ਕਰਕੇ ਆਉਂਦੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਵਾਸਤੇ ਹਦਾਇਤਾਂ ਨੇ, ਤਾਂ ਇਸ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਲਿਬਰਲ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਚੁੱਕਿਆ ਗਿਆ ਕਿ ਜੋ ਕੋਵਿਡ-19 ਦੀ ਮਹਾਮਾਰੀ ਤੋਂ ਪਹਿਲਾਂ ਹਾਲਾਤ ਸਨ, ਕੁਝ ਇਸ ਤਰ੍ਹਾਂ ਮੁੜ ਤੋਂ ਹਾਲਾਤ ਹੋ ਜਾਣ 에ਅਰਪੋਰਟਸ ਦੇ ਉੱਤੇ, ਜਿਸ ਦੇ ਨਾਲ ਇਹ ਹੋਵੇਗਾ ਕਿ ਇਸ ਸਮੇਂ ਜੋ ਲੋਕ ਲੰਮਾ ਚਿਰ ਉਡੀਕ ਵੀ ਕਰਦੇ ਨੇ ਕਿ ਉਹਨਾਂ ਨੂੰ ਕਾਫੀ ਦੇਰ ਖੱਜਲ ਹੋਣਾ ਪੈਂਦਾ ਹੈ, ਉਹ ਵੀ ਘੱਟ ਹੋ ਜਾਵੇਗਾ ਤੇ 에ਅਰਪੋਰਟਸ ਦੇ ਉੱਤੇ ਸਟਾਫ ਜੋ ਕਮੀ ਵੀ ਪਾਈ ਜਾ ਰਹੀ ਹੈ ਤੇ ਸਟਾਫ ਦੇ ਉੱਤੇ ਜੋ ਕੰਮ ਦਾ ਦਬਾਅ ਹੈ ਉਹ ਵੀ ਘੱਟ ਹੋਵੇਗਾ, ਜਿਸ ਦੇ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਕਿ ਜੋ ਇਸ ਸਮੇਂ ਬਿਲਕੁਲ ਆਮ ਵਰਗੀ ਜ਼ਿੰਦਗੀ ਹੋ ਰਹੀ ਹੈ। ਕੋਵਿਡ-19 ਦੀਆਂ ਹਦਾਇਤਾਂ ਵਿੱਚ ਵੱਖ-ਵੱਖਰੇ ਸੂਬਿਆਂ ਦੇ ਅੰਦਰ ਪੂਰੀ ਤਰ੍ਹਾਂ ਢਿੱਲ ਦੇ ਦਿੱਤੀ ਗਈ ਹੈ, ਤਾਂ ਇਸੇ ਆਧਾਰ ਦੇ ਉੱਤੇ ਕੈਨੇਡਾ ਸਰਕਾਰ ਨੂੰ ਵੀ ਜੋ ਫੈਡਰਲ ਸਰਕਾਰ ਦੇ ਅਧੀਨ ਅਦਾਰੇ ਆਉਂਦੇ ਨੇ ਉੱਥੇ ਕੋਵਿਡ-19 ਦੀਆਂ ਹਦਾਇਤਾਂ ਨੂੰ ਹੁਣ ਹਟਾ ਦੇਣਾ ਚਾਹੀਦਾ ਹੈ। ਇਹ ਮੰਗ ਕੀਤੀ ਜਾ ਰਹੀ ਹੈ ਤੇ ਜੋ ਇਹ ਮੰਗ ਕੀਤੀ ਜਾ ਰਹੀ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਲਿਬਰਲ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਕੋਈ ਫੈਸਲਾ ਲਿਆ ਜਾਂਦਾ ਹੈ ਜਾਂ ਨਹੀਂ। ਤੇ ਅੱਗੇ ਹੁਣ ਤੁਹਾਨੂੰ ਅਸੀਂ ਜਾਣਕਾਰੀ ਦੱਸਾਂਗੇ ਕਿ ਜੋ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਲਗਾਤਾਰ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਨੂੰ ਲੈ ਕੇ ਯਾਤਰੀ ਕਈ ਹੋਰ ਰਸਤੇ ਵੀ ਚੁਣ ਰਹੇ ਨੇ ਕਿ ਉਹਨਾਂ ਨੂੰ ਖੱਜਲ ਨਾ ਹੋਣਾ ਪਵੇ। ਕਈ ਘੰਟਿਆਂ ਬੱਧੀ ਕਤਾਰਾਂ ਵਿੱਚ ਖੜ ਕੇ ਜੋ ਉਡੀਕ ਕਰਨੀ ਪੈਂਦੀ ਹੈ ਉਸ ਤੋਂ ਬਚਣ ਦੇ ਵਾਸਤੇ। ਤੇ ਇਸ ਦੇ ਨਾਲ ਹੀ ਹੋਰ ਅਪਡੇਟ ਕੀ ਹੈ ਤੁਹਾਨੂੰ ਹੁਣ ਦੱਸਾਂਗੇ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਯਾਤਰੀਆਂ ਨੂੰ ਜੋ ਲੰਮੇ ਚਿਰ ਵਾਸਤੇ ਉਡੀਕ ਕਰਨੀ ਪੈ ਰਹੀ ਹੈ, ਲੰਮੀਆਂ ਕਤਾਰਾਂ ਵਿੱਚ ਕਈ ਘੰਟੇ ਤੱਕ ਯਾਤਰੀ ਉਡੀਕ ਕਰ ਰਹੇ ਨੇ, ਜਿਸ ਕਰਕੇ ਉਹ ਪਰੇਸ਼ਾਨ ਵੀ ਨੇ ਤੇ ਕਈਆਂ ਦੇ ਵੱਲੋਂ ਆਪਣੇ ਤਜਰਬੇ ਜੋ ਸਾਂਝੇ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਪਹਿਲਾਂ ਤੋਂ ਅਜਿਹੀ ਦੇਰੀ ਨਾ ਹੋਵੇ। ਕਈਆਂ ਦੇ ਵੱਲੋਂ ਆਪਣੇ ਟਰੈਵਲ ਪਲਾਨ ਵੀ ਰੱਦ ਕਰ ਦਿੱਤੇ ਗਏ ਨੇ। ਕੁਝ ਯਾਤਰੀ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਟਰੈਵਲ ਪਲਾਨ ਨੂੰ ਰੀਰਾਊਟ ਕੀਤਾ ਜਾ ਰਿਹਾ ਹੈ, ਜੋ ਕਿ ਟੋਰਾਂਟੋ ਆਈਲੈਂਡ ਦੇ ਉੱਤੇ ਬਿਲੀ ਬਿਸ਼ਪ 에ਅਰਪੋਰਟ ਤੋਂ ਫਲਾਈਟਾਂ ਵੀ ਲੈ ਰਹੇ ਨੇ। ਇਸ ਦੌਰਾਨ ਸਭ ਤੋਂ ਪਹਿਲਾਂ ਅਪ੍ਰੈਲ ਦੇ ਅੰਤ ਤੱਕ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਸਨ ਕਿ 에ਅਰਪੋਰਟ ਦੇ ਉੱਤੇ ਕਾਫੀ ਜ਼ਿਆਦਾ ਦੇਰੀ ਹੋ ਰਹੀ ਹੈ, ਕਿ ਲੰਮੀਆਂ ਕਤਾਰਾਂ ਵਿੱਚ ਕਈ ਘੰਟਿਆਂ ਬੱਧੀ ਯਾਤਰੀਆਂ ਨੂੰ ਉਡੀਕ ਕਰਨੀ ਪੈ ਰਹੀ ਹੈ, ਜਿਸ ਦੇ ਪਿੱਛੇ ਮੁੱਖ ਕਾਰਨ ਇਹ ਦੱਸਿਆ ਗਿਆ ਸੀ ਕਿ 에ਅਰਪੋਰਟ ਦੇ ਉੱਤੇ ਸਟਾਫ ਦੀ ਕਮੀ ਪਾਈ ਜਾ ਰਹੀ ਹੈ। ਪਰ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਗ੍ਰੇਟਰ ਟੋਰਾਂਟੋ 에ਅਰਪੋਰਟ ਅਥਾਰਟੀ ਦੇ ਚੀਫ ਆਪਰੇਟਿੰਗ ਆਫੀਸਰ ਕ੍ਰੈਗ ਬ੍ਰੈਡਬਰੁਕ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਇਹ ਦੇਰੀ ਹੋ ਰਹੀ ਹੈ ਤੇ ਲੰਮੀਆਂ ਕਤਾਰਾਂ ਵਿੱਚ ਯਾਤਰੀਆਂ ਨੂੰ ਕਈ ਘੰਟਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ, ਇਸ ਦੇ ਵਾਸਤੇ ਹਜੇ ਕੋਈ ਸਮਾਂ ਸੀਮਾ ਉਹ ਨਹੀਂ ਦੱਸ ਸਕਦੇ ਕਿ ਆਖਿਰ ਕਦੋਂ ਤੱਕ ਅਜਿਹੀ ਉਡੀਕ ਬੰਦ ਹੋ ਸਕਦੀ ਹੈ ਕਿ ਆਮ ਵਰਗਾ ਮਾਹੌਲ 에ਅਰਪੋਰਟ ਦੇ ਉੱਤੇ ਹੋ ਸਕਦਾ ਹੈ, ਜੋ ਕਿ ਦਿਨ ਦੇ ਸਮੇਂ 에ਅਰਪੋਰਟ ਦੇ ਉੱਤੇ ਕਰੀਬ 45,000 ਇੰਟਰਨੈਸ਼ਨਲ ਯਾਤਰੀ ਪਹੁੰਚਦੇ ਨੇ, ਜਿਸ ਵਾਸਤੇ ਕੁਝ ਯਾਤਰੀ ਤਾਂ ਲੰਮੀਆਂ ਕਤਾਰਾਂ ਤੋਂ ਬਚਣ ਦੇ ਵਾਸਤੇ ਹੋਰ 에ਅਰਪੋਰਟ ਚੁਣ ਰਹੇ ਨੇ ਕਿ ਉੱਥੇ ਤੋਂ ਉਹ ਆਪਣੀ ਫਲਾਈਟ ਲੈ ਸਕਣ, ਪਰ ਉੱਥੇ ਤੋਂ ਹੋਰ ਕਈ ਦੇਸ਼ਾਂ ਦੇ ਵਾਸਤੇ ਟਰੈਵਲ ਜਿਵੇਂ ਨਹੀਂ ਕੀਤਾ ਜਾ ਸਕਦਾ, ਜਿਸ ਕਰਕੇ ਵੀ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ। ਤੇ ਨਾਲ ਹੀ ਕਈਆਂ ਦੇ ਵੱਲੋਂ ਜੋ ਇਸ ਸਮੇਂ ਆਪਣੇ ਟਰੈਵਲ ਪਲਾਨ ਹੀ ਰੱਦ ਕੀਤੇ ਜਾ ਰਹੇ ਨੇ। ਇਸ ਦੇ ਬਾਰੇ ਟਵਿੱਟਰ ਦੇ ਉੱਤੇ ਟਵੀਟ ਕਰਕੇ ਕੁਝ ਵਿਅਕਤੀ ਜਾਣਕਾਰੀ ਵੀ ਲਗਾਤਾਰ ਸਾਂਝੀ ਕਰ ਰਹੇ ਨੇ, ਜੋ ਕਿ ਸਬੂਤ ਪੇਸ਼ ਕਰਦਾ ਹੈ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜੋ ਇਸ ਸਮੇਂ ਲੰਮੀ ਉਡੀਕ ਕਰਨੀ ਪੈ ਰਹੀ ਹੈ, ਉਹ ਕਿੰਨੀ ਵੱਡੀ ਪਰੇਸ਼ਾਨੀ ਯਾਤਰੀਆਂ ਦੇ ਲਈ ਬਣ ਚੁੱਕੀ ਹੈ, ਜਿਸ ਦੇ ਲਈ ਕੈਨੇਡਾ ਸਰਕਾਰ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਜਾ ਚੁੱਕਿਆ ਹੈ ਕਿ ਉਹ ਇਸ ਦੇ ਉੱਤੇ ਕਦਮ ਚੁੱਕਣ ਦੇ ਬਾਰੇ ਰਣਨੀਤੀ ਬਣਾ ਰਹੇ ਨੇ ਕਿ ਆਖਿਰ ਇਸ ਦੇ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ। ਪਰ ਫਿਲਹਾਲ ਇਸ ਦੇ ਉੱਤੇ ਕੋਈ ਵੀ ਠੋਸ ਕਦਮ ਚੁੱਕਿਆ ਹੋਇਆ ਦਿਖਾਈ ਨਹੀਂ ਦੇ ਰਿਹਾ। ਜਿਵੇਂ ਕਿ ਵੱਡੀ ਗਿਣਤੀ ਕੈਨੇਡਾ ਵਾਸਤੇ ਇਸ ਸਮੇਂ ਟਰੈਵਲ ਪਲਾਨ ਬਣਾ ਰਹੇ ਨੇ, ਤਾਂ
ਪਾਸਪੋਰਟ ਵੀ ਅਪਲਾਈ ਕਰਨ ਵਾਸਤੇ ਜਾਂ ਫਿਰ ਉਹਨਾਂ ਨੇ ਨਵੇਂ ਪਾਸਪੋਰਟ ਬਣਵਾਉਣੇ ਨੇ ਜਾਂ ਰੀਨਿਊ ਕਰਵਾਉਣੇ ਨੇ, ਲੰਮੀ ਉਡੀਕ ਕਰਨੀ ਪੈ ਰਹੀ ਹੈ। ਸਰਵਿਸ ਕੈਨੇਡਾ ਨੇ ਇਸ ਨੂੰ ਲੈ ਕੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਹੁਣ ਦੱਸਾਂਗੇ। ਜਿਹੜੇ ਕੈਨੇਡਾ ਵਾਸੀ ਇਸ ਸਮੇਂ ਆਪਣੇ ਪਾਸਪੋਰਟ ਨੂੰ ਰੀਨਿਊ ਕਰਵਾਉਣਾ ਚਾਹੁੰਦੇ ਨੇ ਜਾਂ ਫਿਰ ਨਵਾਂ ਪਾਸਪੋਰਟ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਲੰਮੀ ਉਡੀਕ ਕਰਨੀ ਪੈ ਰਹੀ ਹੈ, ਜਿਸ ਤੋਂ ਬਾਅਦ ਸਰਵਿਸ ਕੈਨੇਡਾ ਨੇ ਹੁਣ ਇੱਕ ਬਿਆਨ ਜਾਰੀ ਕੀਤਾ ਹੈ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰਵਿਸ ਕੈਨੇਡਾ ਦੇ ਦਫ਼ਤਰਾਂ ਵਿੱਚ ਪਾਸਪੋਰਟ ਸਰਵਿਸ ਕਾਊਂਟਰਸ ਦੇ ਉੱਤੇ ਸਟਾਫ ਦੀ ਗਿਣਤੀ ਵਧਾ ਦਿੱਤੀ ਗਈ ਹੈ। ਜਿਵੇਂ ਕਿ ਹੁਣ ਗਰਮੀਆਂ ਵਿੱਚ ਟਰੈਵਲ ਦਾ ਸੀਜ਼ਨ ਆ ਰਿਹਾ ਹੈ, ਕਾਫੀ ਜ਼ਿਆਦਾ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਟਰੈਵਲ ਪਲਾਨ ਬਣਾਏ ਜਾ ਰਹੇ ਨੇ। ਉਸ ਵਾਸਤੇ ਉਹ ਆਪਣੇ ਪਾਸਪੋਰਟ ਦੀ ਉਡੀਕ ਵੀ ਕਰ ਰਹੇ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ, ਤੇ ਜਿਹੜੇ ਅਪਲਾਈ ਕਰਨ ਦੀ ਸੋਚ ਰਹੇ ਨੇ ਉਹਨਾਂ ਨੂੰ ਵੀ ਜਾਣਕਾਰੀ ਹੈ ਕਿ ਕਿੰਨੀ ਲੰਮੀ ਉਡੀਕ ਇਸ ਸਮੇਂ ਕਰਨੀ ਪੈ ਰਹੀ ਹੈ, ਤਾਂ ਉਹਨਾਂ ਦੇ ਲਈ ਮੁਸ਼ੱਕਤ ਹੋ ਸਕਦੀ ਹੈ। ਪਰ ਇਸੇ ਨੂੰ ਲੈ ਕੇ ਸਰਵਿਸ ਕੈਨੇਡਾ ਦੇ ਵੱਲੋਂ ਹੁਣ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਆਪਣੇ ਪਾਸਪੋਰਟ ਸਰਵਿਸ ਕਾਊਂਟਰਸ ਦੇ ਉੱਤੇ ਸਟਾਫ ਦੇ ਵਿੱਚ ਵਾਧਾ ਕੀਤਾ ਹੈ। ਏਜੰਸੀ ਨੇ ਮੰਗਲਵਾਰ ਨੂੰ ਪਹਿਲਾਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਜੋ 9 ਮਈ ਨੂੰ ਦੱਸਿਆ ਗਿਆ ਸੀ ਕਿ ਜਿੰਨੇ ਵੀ ਪਾਸਪੋਰਟ ਸਰਵਿਸ ਕਾਊਂਟਰ ਨੇ ਜੋ ਕਿ ਕੋਵਿਡ-19 ਦੀ ਮਹਾਮਾਰੀ ਦੇ ਕਰਕੇ ਬੰਦ ਕਰ ਦਿੱਤੇ ਗਏ ਸਨ, ਉਹ ਹੁਣ ਸਾਰੇ ਖੋਲ ਦਿੱਤੇ ਗਏ ਨੇ, ਜਿਸ ਦੇ ਨਾਲ 40% ਤੱਕ ਹੋਰ ਜ਼ਿਆਦਾ ਸਟਾਫ ਆ ਸਕਦਾ ਹੈ, ਜਿਸ ਦੇ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਕਿ ਉਹ ਪਾਸਪੋਰਟ ਦੀ ਸਰਵਿਸ ਨੂੰ ਤੇਜ਼ੀ ਦੇ ਨਾਲ ਦੇ ਸਕਣ ਤੇ ਨਾਲ ਹੀ ਪ੍ਰਕਿਰਿਆ ਤੇਜ਼ੀ ਨਾਲ ਜ਼ਿਆਦਾ ਤੋਂ ਜ਼ਿਆਦਾ ਕੈਨੇਡਾ ਵਾਸੀਆਂ ਦੀ ਪੂਰੀ ਹੋ ਸਕੇ। ਇਸ ਦੇ ਨਾਲ ਹੀ ਸਰਵਿਸ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੇ 600 ਨਵੇਂ ਕਾਮੇ ਰੱਖੇ ਨੇ ਤਾਂ ਕਿ ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਛੇਤੀ ਨਾਲ ਪੂਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਰਵਿਸ ਕੈਨੇਡਾ ਨੇ ਆਪਣੇ 300 ਤੋਂ ਵੱਧ ਸੈਂਟਰਸ ਦੇ ਉੱਤੇ ਹੋਰ ਜ਼ਿਆਦਾ ਪਾਸਪੋਰਟ ਕਾਊਂਟਰ ਖੋਲ ਦਿੱਤੇ ਨੇ, ਜਿਸ ਤੋਂ ਬਾਅਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਆਪਣੇ ਟਰੈਵਲ ਪਲਾਨ ਬਣਾ ਰਹੇ ਨੇ, ਪਾਸਪੋਰਟ ਰੀਨਿਊ ਕਰਵਾਉਣ ਵਾਸਤੇ ਜਾਂ ਫਿਰ ਨਵਾਂ ਪਾਸਪੋਰਟ ਬਣਵਾਉਣ ਵਾਸਤੇ ਅਪਲਾਈ ਕਰ ਰਹੇ ਨੇ, ਉਹਨਾਂ ਨੂੰ ਪਾਸਪੋਰਟ ਦੀ ਪ੍ਰਕਿਰਿਆ ਦੇ ਵਿੱਚ ਜ਼ਿਆਦਾ ਲੰਮੀ ਉਡੀਕ ਨਹੀਂ ਕਰਨੀ ਪਵੇਗੀ। ਪਰ ਇਸ ਦਾ ਨਤੀਜਾ ਤਾਂ ਉਦੋਂ ਹੀ ਦੇਖਿਆ ਜਾ ਸਕਦਾ ਹੈ ਜਦੋਂ ਕੰਮ ਦੇ ਵਿੱਚ ਤੇਜ਼ੀ ਹੁੰਦੀ ਦਿਖਾਈ ਦੇਵੇਗੀ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਦੇ ਅੱਗੇ ਵੱਡੀ ਗਿਣਤੀ ਲੋਕਾਂ ਨੇ ਰੈਲੀ ਕੀਤੀ, ਜਿੱਥੇ ਕਿ ਡਾਕਟਰਾਂ ਦੀ ਕਮੀ ਦੇ ਕਰਕੇ ਇਹ ਰੈਲੀ ਕੀਤੀ ਗਈ ਹੈ ਕਿ ਫੈਮਿਲੀ ਡਾਕਟਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਹੀਂ ਮਿਲ ਰਹੇ, ਜਿਸ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਹੈਲਥ ਕੇਅਰ ਮੈਟਰਸ ਇਹ ਇੱਕ ਸੰਸਥਾ ਹੈ ਜਿਨ੍ਹਾਂ ਨੇ ਇਹ ਰੈਲੀ ਕਰਵਾਈ, ਜਿਸ ਦੇ ਵਿੱਚ ਕਾਫੀ ਗਿਣਤੀ 'ਚ ਲੋਕ ਪਹੁੰਚੇ, ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਜਿਨ੍ਹਾਂ ਦੇ ਕੋਲ ਤਾਂ ਫੈਮਿਲੀ ਡਾਕਟਰ ਹੈ ਉਹ ਸਫੇਦ ਕੱਪੜੇ ਪਾ ਕੇ ਆਉਣ ਤੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਹੈ ਉਹ ਕਾਲੇ ਕੱਪੜੇ ਪਾ ਕੇ ਆਉਣ। ਕਾਲੇ ਕੱਪੜੇ ਪਾ ਕੇ ਜਿਹੜੇ ਵਿਅਕਤੀ ਆਏ ਉਹਨਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਸੀ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਬਿਨਾਂ ਫੈਮਿਲੀ ਡਾਕਟਰ ਤੋਂ ਕਿਸ ਤਰ੍ਹਾਂ ਲੋਕਾਂ ਨੂੰ ਇਸ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਸਿਰਫ ਫੈਮਿਲੀ ਡਾਕਟਰ, ਸਗੋਂ ਜਿਵੇਂ ਕੋਈ ਐਮਰਜੈਂਸੀ ਰੂਮ ਦੇ ਵਿੱਚ ਜਾਂਦਾ ਹੈ ਤਾਂ ਕਈ ਘੰਟੇ ਉਹਨਾਂ ਨੂੰ ਉਡੀਕ ਕਰਨੀ ਪੈਂਦੀ ਹੈ ਕਿਉਂਕਿ ਸਟਾਫ ਦੀ ਕਮੀ ਪਾਈ ਜਾ ਰਹੀ ਹੈ। ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤੇ ਨਾਲ ਹੀ ਇਸ ਦੇ ਵਿੱਚ ਵਾਧਾ ਕੀਤਾ ਜਾਵੇ, ਇਸ ਤੇ ਮੰਗ ਨੂੰ ਲੈ ਕੇ ਰੈਲੀ ਕੀਤੀ ਗਈ, ਜਿਸ ਦੇ ਵਿੱਚ ਵੱਖੋ ਵੱਖਰੀਆਂ ਮੰਗਾਂ ਰੱਖੀਆਂ ਗਈਆਂ। ਹੁਣ ਤੁਹਾਨੂੰ ਦੱਸਾਂਗੇ ਕਿ ਜੋ ਇੱਕ 11ਵੀਂ ਜਮਾਤ ਦੇ ਵਿਦਿਆਰਥੀ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ। ਕਰੀਬ 3 ਕਿਲੋਮੀਟਰ ਦੇ ਰਾਹ ਦੇ ਵਿੱਚ ਲਗਾਤਾਰ ਸਕੂਲ ਦੀ ਪਾਰਕਿੰਗ ਤੋਂ ਲੈ ਕੇ ਉਸ ਨੌਜਵਾਨ ਦੇ ਉੱਤੇ ਗੋਲੀਆਂ ਕੁਝ ਵਿਅਕਤੀ ਚਲਾਉਂਦੇ ਰਹੇ। ਉਸ ਦੇ ਬਾਰੇ ਪੂਰੀ ਜਾਣਕਾਰੀ ਜੋ ਪੁਲਿਸ ਨੇ ਸਾਂਝੀ ਕੀਤੀ ਹੈ ਤੁਹਾਨੂੰ ਹੁਣ ਦੱਸਾਂਗੇ। ਇੱਕ 17 ਸਾਲ ਦੇ ਨੌਜਵਾਨ ਨੂੰ ਗੋਲੀ ਚੱਲਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਪਿਛਲੇ ਹਫ਼ਤੇ ਨਾਰਥ ਯਾਰਕ ਦੇ ਇੱਕ ਹਾਈ ਸਕੂਲ ਦੇ ਬਾਹਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਵੀ ਹੋਇਆ। ਇਸ ਤਰ੍ਹਾਂ ਜਿਵੇਂ ਕਿ ਇੱਕ 17 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੋਰ 2 ਸ਼ੱਕੀ ਨੌਜਵਾਨਾਂ ਦੀ ਭਾਲ ਪੁਲਿਸ ਕਰ ਰਹੀ ਹੈ। ਟੋਰਾਂਟੋ ਪੁਲਿਸ ਨੇ ਵੀਰਵਾਰ ਨੂੰ ਮਾਮਲੇ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ 3 ਨੌਜਵਾਨਾਂ ਦੇ ਵਿੱਚੋਂ ਇੱਕ ਜੋ ਕਿ 17 ਸਾਲ ਦਾ ਨੌਜਵਾਨ ਹੈ, ਨਾਬਾਲਗ ਹੋਣ ਕਰਕੇ ਉਸ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਕਿ ਮਈ 12 ਨੂੰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸਾਊਥ ਪਾਰਕਿੰਗ ਲਾਟ ਖੇਤਰ ਵਿੱਚ ਵਿਕਟੋਰੀਆ ਪਾਰਕ ਕਾਲਜੀਏਟ ਇੰਸਟੀਚਿਊਟ ਦੇ ਬਾਹਰ, ਜਿੱਥੇ ਕਿ ਇੱਕ 11ਵੀਂ ਜਮਾਤ ਦਾ ਵਿਦਿਆਰਥੀ ਸਕੂਲ ਤੋਂ ਬਾਹਰ ਪਾਰਕਿੰਗ ਦੇ ਵਿੱਚ ਆਪਣੀ ਕਾਰ ਦੇ ਵਿੱਚ ਆ ਕੇ ਬੈਠਿਆ ਸੀ ਕਿ ਪਿੱਛੇ ਤੋਂ 2 ਕਾਰਾਂ ਆਈਆਂ। ਉਹਨਾਂ ਦੇ ਵਿੱਚੋਂ ਨੌਜਵਾਨਾਂ ਨੇ ਉਸ ਨੌਜਵਾਨ ਦੇ ਉੱਤੇ ਜੋ ਕਿ 11ਵੀਂ ਜਮਾਤ ਦਾ ਵਿਦਿਆਰਥੀ ਸੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੱਡੀ ਵਿੱਚ ਬੈਠ ਕੇ ਉਹਨਾਂ ਤੋਂ ਬਚਣ ਦੇ ਵਾਸਤੇ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਉਹ ਨੌਜਵਾਨ ਕਾਮਯਾਬ ਰਿਹਾ, ਪਰ ਇੱਕ ਗ੍ਰੇ ਰੰਗ ਦੀ ਮਾਜ਼ਦਾ ਗੱਡੀ ਨਾਲ ਨੌਜਵਾਨਾਂ ਨੇ ਪੀੜਤ ਦਾ ਫਿਰ ਤੋਂ ਪਿੱਛਾ ਕੀਤਾ, ਜਿੱਥੇ ਕਿ ਇਸੇ ਦੌਰਾਨ ਪੁਲਿਸ ਨੂੰ ਫੋਨ ਕਰਨ ਦੇ ਵਿੱਚ ਉਹ ਨੌਜਵਾਨ ਕਾਮਯਾਬ ਰਿਹਾ ਤੇ ਪੁਲਿਸ ਉਸ ਨੌਜਵਾਨ ਦੇ ਤੱਕ ਪਹੁੰਚ ਗਈ। ਡੌਨ ਮਿਲਸ ਰੋਡ ਤੇ ਲਾਰੈਂਸ ਐਵੇਨਿਊ ਦੇ ਉੱਤੇ ਉਹਨਾਂ ਨੂੰ ਉਹ ਮਿਲਿਆ, ਜਿੱਥੇ ਪਹਿਲਾਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਸਕੂਲ ਦੀ ਪਾਰਕਿੰਗ ਵਿੱਚ ਉੱਥੇ ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਸੀ ਤੇ ਰਾਹ ਵਿੱਚ ਜਦੋਂ ਉਹ
ਉਹਨਾਂ ਨੌਜਵਾਨਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਗ੍ਰੇ ਰੰਗ ਦੀ ਮਾਜ਼ਦਾ ਗੱਡੀ ਦੇ ਵਿੱਚੋਂ ਵੀ ਉਸੇ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਪੁਲਿਸ ਨੇ ਤੁਰੰਤ ਉਸ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ, ਬਚਾ ਰਿਹਾ। ਤਾਂ ਇਸੇ ਦੌਰਾਨ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਜਾਂਚ ਕੀਤੀ ਗਈ, ਸਰਚ ਵਾਰੰਟ ਕੱਢੇ ਗਏ। ਮਾਰਕਮ ਰੋਡ ਤੇ ਐਗਲਿੰਟਨ ਐਵੇਨਿਊ ਈਸਟ, ਕੈਨੇਡੀ ਰੋਡ ਤੇ ਐਂਟਰਿਮ ਕ੍ਰੀਸੈਂਟ ਖੇਤਰ ਵਿੱਚ ਬੁੱਧਵਾਰ ਨੂੰ ਇਹ ਜਾਂਚ ਕੀਤੀ ਗਈ, ਜਿਸ ਤੋਂ ਬਾਅਦ 17 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੇ ਉੱਤੇ ਹਥਿਆਰ ਨਾਲ ਲੁੱਟ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਨੇ। ਤੇ ਇਸ ਦੇ ਨਾਲ ਹੀ ਜਿਵੇਂ ਕਿ 2 ਹੋਰ ਨੌਜਵਾਨ, ਉਹਨਾਂ ਵਿੱਚੋਂ ਇੱਕ 19 ਸਾਲ ਦਾ ਕੋਡੀ ਲਿਮ ਹੈ ਤੇ ਦੂਜਾ 20 ਸਾਲ ਦਾ ਜ਼ੁਹਿਨ ਮੁਹੰਮਦ ਹੈ। ਦੋਵਾਂ ਨੂੰ ਹਜੇ ਲੱਭਿਆ ਜਾ ਰਿਹਾ ਹੈ। ਦੋਵੇਂ ਕਾਲੇ ਨੌਜਵਾਨ ਨੇ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਹੰਮਦ ਹੈ ਜੋ, ਉਸ ਦਾ ਇੱਕ ਦੰਦ ਵੀ ਟੁੱਟਿਆ ਹੋਇਆ ਹੈ। ਜੇਕਰ ਇਹਨਾਂ ਦੋਵਾਂ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ 416 808 2510 ਦੇ ਉੱਤੇ ਫੋਨ ਕਰਕੇ ਪੁਲਿਸ ਨੂੰ ਦੱਸਿਆ ਜਾ ਸਕਦਾ ਹੈ। ਅੱਗੇ ਜਾਣਕਾਰੀ ਜੋ ਰਾਜਧਾਨੀ ਓਟਵਾ ਦੇ ਵਿੱਚ ਇਸ ਸਮੇਂ ਫੈਸਲਾ ਲਿਆ ਗਿਆ ਕਿ 11 ਜੂਨ ਤੋਂ ਟੈਕਸੀ ਦੇ ਕਿਰਾਇਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। 10% ਤੱਕ ਇਹ ਵਾਧਾ ਹੁਣ ਹੋ ਜਾਵੇਗਾ। ਓਟਵਾ ਵਿੱਚ ਟੈਕਸੀ ਦੇ ਕਿਰਾਏ ਵਧਣ ਜਾ ਰਹੇ ਨੇ। 12 ਸਾਲ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਓਟਵਾ ਵਿੱਚ ਟੈਕਸੀ ਦੇ ਕਿਰਾਏ ਵਧਣ ਜਾ ਰਹੇ ਨੇ, ਜੋ ਕਿ ਡਰਾਈਵਰਾਂ ਨੂੰ ਇਸ ਸਮੇਂ ਗੈਸ ਟੈਂਕ ਭਰਵਾਉਣ ਦੇ ਵਾਸਤੇ ਕਾਫੀ ਜ਼ਿਆਦਾ ਖਰਚਾ ਕਰਨਾ ਪੈ ਰਿਹਾ ਹੈ, ਗੈਸ ਮਹਿੰਗੀ ਹੋਣ ਦੇ ਕਰਕੇ, ਜਿਸ ਤੋਂ ਬਾਅਦ ਡਰਾਈਵਰਾਂ ਦੇ ਵੱਲੋਂ ਕਮਿਊਨਿਟੀ ਤੇ ਪ੍ਰੋਟੈਕਟਿਵ ਸਰਵਿਸਿਜ਼ ਕਮੇਟੀ ਨੂੰ ਬੇਨਤੀ ਕੀਤੀ ਗਈ ਸੀ ਤੇ ਉਸ ਬੇਨਤੀ ਨੂੰ ਕਬੂਲ ਲਿਆ ਗਿਆ, ਜਿਸ ਤੋਂ ਬਾਅਦ ਹੁਣ 10% ਤੱਕ ਟੈਕਸੀ ਦੇ ਰੇਟ ਵਧਣ ਜਾ ਰਹੇ ਨੇ, ਜੋ ਕਿ ਜੂਨ 11 ਤੋਂ ਲਾਗੂ ਹੋ ਜਾਵੇਗਾ। ਇਸ ਦੌਰਾਨ ਯੂਨੀਫੋਰ ਲੋਕਲ 1688 ਦੇ ਪ੍ਰਧਾਨ ਅਮਰੀਕ ਸਿੰਘ ਦੇ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਟੈਕਸੀ ਕੈਬ ਨੂੰ ਚਲਾਉਣਾ ਪਹਿਲਾਂ ਨਾਲੋਂ 20% ਤੱਕ ਮਹਿੰਗਾ ਹੋ ਗਿਆ ਹੈ, ਜਿਸ ਕਰਕੇ ਵਿੱਤੀ ਪੱਧਰ ਦੇ ਉੱਤੇ ਡਰਾਈਵਰਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਹੁਣ ਇਹ ਵਾਧਾ ਹੋ ਰਿਹਾ ਹੈ, ਇਸ ਦੇ ਨਾਲ ਡ੍ਰੌਪ ਰੇਟ ਦੇ ਵਿੱਚ 35 ਸੈਂਟ ਤੋਂ ਲੈ ਕੇ $3.80 ਤੱਕ ਦਾ ਵਾਧਾ ਹੋਵੇਗਾ ਤੇ ਇਸ ਦੇ ਨਾਲ ਹੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ 2 ਸੈਂਟ ਤੱਕ ਦਾ ਵਾਧਾ ਹੋਵੇਗਾ। ਫਰਵਰੀ ਮਹੀਨੇ ਵਿੱਚ ਕਨਵੈਂਟਰੀ ਕਨੈਕਸ਼ਨਸ ਤੇ ਨਾਲ ਹੀ ਯੂਨੀਅਨ ਦੇ ਵੱਲੋਂ ਕੈਬ ਡਰਾਈਵਰਸ ਦੇ ਨਾਲ ਮਿਲ ਕੇ ਚਿੱਠੀ ਭੇਜੀ ਗਈ ਸੀ ਸਿਟੀ ਨੂੰ, ਜਿਸ ਦੇ ਵਿੱਚ ਟੈਕਸੀ ਦੇ ਕਿਰਾਏ ਵਧਾਉਣ ਦੇ ਲਈ 10% ਤੱਕ ਮੰਗ ਕੀਤੀ ਗਈ ਸੀ। ਇਸ ਦੌਰਾਨ ਇਹ ਵੀ ਦੱਸਿਆ ਗਿਆ ਸੀ ਕਿ ਇੰਸ਼ੋਰੈਂਸ ਦੇ ਰੇਟ ਵੀ ਵਧ ਗਏ ਨੇ, ਜੋ ਕਿ 35% ਤੱਕ ਵਧੇ ਨੇ 2012 ਤੋਂ ਲੈ ਕੇ ਹੁਣ ਤੱਕ, ਜਿਸ ਤੋਂ ਬਾਅਦ ਵਾਹਨਾਂ ਦਾ ਖਰਚਾ ਵੀ ਕਾਫੀ ਜ਼ਿਆਦਾ ਵੱਧ ਗਿਆ, ਜੋ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਹੈ। ਗੈਸ ਦੇ ਰੇਟ ਵੀ ਲਗਾਤਾਰ ਵਧਦੇ ਜਾ ਰਹੇ ਨੇ, ਉਸ ਕਰਕੇ ਡਰਾਈਵਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਹਨਾਂ ਦੀ ਕਮਾਈ ਘੱਟ ਹੋ ਰਹੀ ਸੀ ਤੇ ਇਸੇ ਨੂੰ ਲੈ ਕੇ ਹੁਣ ਇਹ ਫੈਸਲਾ ਲਿਆ ਗਿਆ ਹੈ, ਜੋ ਕਿ 11 ਜੂਨ ਤੋਂ ਲਾਗੂ ਹੋ ਰਿਹਾ ਹੈ। ਜਿਸ ਦੇ ਬਾਰੇ ਓਟਵਾ ਸਿਟੀ ਦੇ ਸਟਾਫ ਨੇ ਦੱਸਿਆ ਕਿ 10 ਕਿਲੋਮੀਟਰ ਦੀ ਰਾਈਡ ਜੇਕਰ ਕਿਸੇ ਨੇ ਟੈਕਸੀ ਦੇ ਵਿੱਚ ਲੈਣੀ ਹੈ ਤਾਂ ਉਸ ਦੀ ਕੀਮਤ $24.42 ਤੱਕ ਹੋ ਜਾਵੇਗੀ, ਜੋ ਕਿ ਪਹਿਲਾਂ $21.78 ਹੈ, ਜਦ ਕਿ ਜੇਕਰ 15 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਹੈ ਤਾਂ ਇਸ ਦੇ ਉੱਤੇ ਉੱਪਰ $3.80 ਦਾ ਵਾਧਾ ਹੋਵੇਗਾ, ਜਿਸ ਦੇ ਨਾਲ ਕੀਮਤ $34.88 ਤੱਕ ਪਹੁੰਚ ਸਕਦੀ ਹੈ। ਅੱਗੇ ਖਬਰ ਜੋ ਪੀਲ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ, 30 ਸਾਲ ਦੇ ਗੁਰਮੀਤ ਸਿੰਘ ਨਾਮਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਕਿ ਗੈਸ ਸਟੇਸ਼ਨ ਦੇ ਉੱਤੇ ਇੱਕ ਵਿਅਕਤੀ ਦੇ ਕੋਲੋਂ ਗੱਡੀ ਖੋਈ ਤੇ ਉੱਥੇ ਤੋਂ ਫਰਾਰ ਹੋ ਗਿਆ। ਬਰੈਂਪਟਨ ਵਿੱਚ ਇੱਕ ਕਾਰ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਿਸ ਨੇ 30 ਸਾਲ ਦੇ ਗੁਰਮੀਤ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਉੱਤੇ ਕਈ ਮਾਮਲੇ ਦਰਜ ਹੋਏ ਨੇ। ਇਸ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪੀਲ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ 14 ਮਈ 2022 ਨੂੰ ਸਵੇਰ ਦੇ 9:30 ਵਜੇ ਦਾ ਸਮਾਂ ਸੀ, ਜਦੋਂ ਬਰੈਂਪਟਨ ਦੇ ਵਿੱਚ ਹੀ ਬੋਵੈਟ ਡਰਾਈਵ ਦੇ ਉੱਤੇ ਇੱਕ ਗੈਸ ਸਟੇਸ਼ਨ ਦੇ ਉੱਤੇ ਇੱਕ ਵਿਅਕਤੀ ਆਪਣੀ ਗੱਡੀ ਵਿੱਚ ਗੈਸ ਪਵਾ ਰਿਹਾ ਸੀ। ਉਸ ਤੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗੁਰਮੀਤ ਸਿੰਘ ਨੇ, ਪਰ ਉਹ ਨਾਕਾਮ ਰਿਹਾ ਤੇ ਉਸੇ ਥਾਂ ਦੇ ਉੱਤੇ ਕਰੀਬ 20 ਮਿੰਟ ਬਾਅਦ ਉਹ ਦੁਬਾਰਾ ਆਇਆ ਤੇ ਇੱਕ ਹੋਰ ਵਿਅਕਤੀ ਤੋਂ ਉਹ ਗੱਡੀ ਖੋ ਕੇ ਫਰਾਰ ਹੋ ਗਿਆ, ਜਿਸ ਤੋਂ ਕੁਝ ਦੇਰ ਬਾਅਦ ਹੀ ਪੁਲਿਸ ਨੇ ਉਸ ਨੂੰ ਲੱਭ ਲਿਆ, ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਹੀ ਚੋਰੀ ਕੀਤੇ ਹੋਏ ਵਾਹਨ ਨੂੰ ਵੀ ਬਰਾਮਦ ਕਰ ਲਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਗੁਰਮੀਤ ਸਿੰਘ, ਜਿਸ ਦੀ ਕਿ 30 ਸਾਲ ਉਮਰ ਹੈ, ਉਸ ਦਾ ਕੋਈ ਵੀ ਪੱਕਾ ਪਤਾ ਨਹੀਂ ਹੈ ਕਿ ਉਹ ਕਿੱਥੇ ਰਹਿੰਦਾ ਹੈ, ਪਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਉੱਤੇ ਕਈ ਮਾਮਲੇ ਦਰਜ ਹੋਏ ਨੇ, ਜਿਸ ਨੂੰ ਕਿ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਮਈ 15 ਨੂੰ ਪੇਸ਼ ਵੀ ਕੀਤਾ ਗਿਆ। ਇਸ ਦੌਰਾਨ ਕਾਰਾਂ ਲੁੱਟਣ ਦੇ ਮਾਮਲੇ GTA ਖੇਤਰ ਵਿੱਚ ਕਾਫੀ ਜ਼ਿਆਦਾ ਵੱਡੀ ਗਿਣਤੀ ਸਾਹਮਣੇ ਆ ਰਹੇ ਨੇ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਸਾਵਧਾਨ ਹੋਣ ਦੇ ਵਾਸਤੇ ਵੀ ਕਿਹਾ ਜਾ ਰਿਹਾ ਹੈ। ਪਰ ਇੱਥੇ ਵੀ ਜ਼ਿਕਰਯੋਗ ਹੈ ਕਿ ਜੋ ਇਹ ਮਾਮਲੇ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਨਾ ਸਿਰਫ ਡਰਾ ਧਮਕਾ ਕੇ ਜਾਂ ਫਿਰ ਜਿਸ ਵਾਹਨ ਦੇ ਕੋਲ ਉਸ ਦਾ ਡਰਾਈਵਰ ਮੌਜੂਦ ਨਾ ਹੋਵੇ ਉਸ ਨੂੰ ਲੁੱਟਿਆ ਜਾ ਰਿਹਾ ਹੈ, ਸਗੋਂ ਰਾਹ ਵਿੱਚ ਜਾਂਦੇ ਵਾਹਨ ਰੋਕ ਕੇ ਡਰਾਈਵਰ ਨੂੰ ਪਿਸਤੌਲ ਦਿਖਾ ਕੇ ਵੀ ਵਾਹਨ ਲੁੱਟੇ ਜਾ ਰਹੇ ਨੇ।
ਜਿਸ ਤੋਂ ਬਾਅਦ ਕਈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਹੈ। ਇਹਨਾਂ ਮਾਮਲਿਆਂ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਾਰਵਾਈ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਨੇ। ਪਰ ਇਸੇ ਨੂੰ ਲੈ ਕੇ ਜੋ ਇਸ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਟੋਰਾਂਟੋ ਦੇ ਵਿੱਚ ਵੀ ਕੱਲ ਹੀ 1 ਘੰਟੇ ਦੇ ਵਿੱਚ 2 ਥਾਵਾਂ ਦੇ ਉੱਤੇ ਗੱਡੀਆਂ ਲੁੱਟਣ ਦੇ ਮਾਮਲੇ ਸਾਹਮਣੇ ਆਏ ਨੇ। ਇੱਥੋਂ ਤੱਕ ਕਿ ਟੋਰਾਂਟੋ ਵਿੱਚ ਇੱਕ ਦਿਨ ਪਹਿਲਾਂ ਇੱਕ ਸਟਾਰ ਖਿਡਾਰੀ ਤੋਂ ਉਸਦੀ ਰੇਂਜ ਰੋਵਰ ਲੁੱਟਣ ਦਾ ਮਾਮਲਾ ਵੀ ਸਾਹਮਣੇ ਆ ਚੁੱਕਿਆ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਤੱਕ ਸਾਲ 2022 ਵਿੱਚ ਕੁਝ ਮਹੀਨਿਆਂ ਦੇ ਅੰਦਰ ਹੀ ਰਿਕਾਰਡ ਤੋੜ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਗੱਡੀਆਂ ਲੁੱਟਣ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਸ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।